वाहिगुरू जी का खालसा वाहिगुरू जी की फतेह। बच्चे आप चैप्टर कर रहे थे 6 चैप्टर ऑफिस मैनेजर। ਉਹਦੇ ਵਿੱਚ ਆਪਾਂ इंट्रोडक्शन कर ली सी एंड अज आप की करांगे ਉਹਦੇ जॉब्स एंड फंक्शनस और रिस्पोंसिबिलिटीज़ ऑफ ऑफिस मैनेजर कि ਕਿਹੜੀਆਂ ਉਹਦੀਆਂ रिस्पोंसिबिलिटीज़ आ की ਉਹਦੇ फंक्शनस आ एंड ਕਿਹੜੀ ਉਹਦੀ जॉब परफॉर्म करता एक ऑफिस मैनेजर। ठीक है जी। जॉब ऑफ एन ऑफिस मैनेजर इज़ टू मैनेज द ऑफिस एंड ऑफिस वर्क। कहता है कि जॉब ਉਹਦਾ ਕੀ ਕੰਮ ਕੀ ਉਹਦਾ ਕਿ ਉਹਨੇ ਕੀ ਜੋਬ ਉਹਦਾ ਕੰਮ ਕੀ ਹੈ, ਉਹਨੇ ਆਫਿਸ ਨੂੰ ਮੈਨੇਜ ਕਰਨਾ ਅਤੇ ਆਫਿਸ ਦੇ ਵਰਕ ਨੂੰ ਮੈਨੇਜ ਕਰਨਾ। ਕਿੰਨੇ ਮੈਨੇਜ ਕਰਨਾ? ਮੈਨੇਜਰ ਨੇ ਕਰਨਾ। ਠੀਕ ਹੈ ਜੀ। ਹੁਣ ਦੇਖੋ ਦ ਸਕੋਪ ਐਂਡ ਐਕਸਟੈਂਟ ਹਾਊਐਵਰ ਡਿਪੈਂਡਸ ਅਪੋਨ। ਕਹਿੰਦਾ ਵਾ ਕਿ ਸਿੱਧੀ ਜੀ ਗੱਲ ਆ ਕਿ ਜਿਹੜਾ ਆਫਿਸ ਮੈਨੇਜਰ ਦਾ ਸਕੋਪ ਆ ਵੀ ਆਫਿਸ ਜਿਹੜਾ ਇੱਕ ਮੈਨੇਜਰ ਇੱਕ ਮੈਨੇਜਰ ਆ ਮੈਨੇਜ ਕਰਨ ਦੇ ਆਫਿਸ, ਅਤੇ ਉਹਦਾ ਸਕੋਪ ਕਿੱਥੋਂ ਤੱਕ ਆ? ਓਬਵੀਅਸਲੀ ਸਾਈਜ਼ ਆਫ ਐਨ एंटरप्राइज बिजनेस एंटरप्राइज जिन्ना ज़्यादा साइज़ होगा बिजनेस का उन्ना ज़्यादा की उसका स्कोप आ कि वो ज़्यादा परफॉर्म कर सकता एक्टिविटीज़। ठीक है ना। जो ऑर्गेनाइजेशन छोटी आ तो फिर यदा मतलब यह है कि जो मैनेजर वो काम घट परफॉर्म कर सकता, बट जिन्ना साइज़ वड्डा होगा उन्ना ही वध परफॉर्म कर सकता। ठीक है जी। नेचर ऑफ बिजनेस। नेचर ऑफ बिजनेस मतलब कि बिजनेस किस टाइप का वा। कोई बिजनेस होंदा वा जिद्दां देखो हुण जे बिजनेस कईयां दा बिजनेस होंदा वा जिद्दां देखो नेचर जे कोई टीचर आ नहीं स्कूल आ किसी का है ना ਉਹਦਾ बिजनेस किद्दां दा। ठीक है जी। ਜਾਂ नेचर ऑफ बिजनेस का मतलब ये होगा कि किसी का काम की है, तुहाडे पापा फार्मर आ ਜਾਂ ਉਹਦਾ बिजनेस किद्दां दा। कहंदा है कि बिजनेस ते भी डिपेंड करदा वा कि बिजनेस तुहाडा किद्दां दा ਜਿਹਦੇ ਵਿੱਚ ਤੁਹਾਨੂੰ ज़्यादा सिरदर्दी ਹੁੰਦੀ। ਕਹਿੰਦਾ ਜਿਹਦੇ ਵਿੱਚ ਤੁਹਾਨੂੰ ज़्यादा सिरदर्दी होगी ਓਬਵੀਅਸਲੀ ਤੁਹਾਡੇ ਉਹਦੇ ਵਿੱਚ ਰੋਲ ਵੀ ਤੁਹਾਡਾ ਕੀ ਹੋਊਗਾ, ਉਹ ਮੈਨੇਜਰ ਦਾ ਕੀ ਹੋਊਗਾ, ਵੱਧ ਹੋਊਗਾ। ਐਕਸਟੈਂਟ ਆਫ ਅਥੋਰਿਟੀ ਗ੍ਰਾਂਟਡ ਟੂ ਹਿਮ ਐਂਡ ਕਹਿੰਦੇ ਆ ਕਿ ਮੈਨੇਜਰ ਨੂੰ ਓਨਰ ਨੇ ਕਿੰਨੀ ਕੁ ਅਥੋਰਿਟੀ ਦਿੱਤੀ ਆ, ਕਿੰਨੀ ਕੁ ਉਹਨੂੰ ਕਿਹਾ ਵਾ ਕਿ ਤੂੰ ਕਿੰਨਾ ਕੁ ਕਿ ਦੇਖੋ ਜੇ ਤੇ ਓਨਰ ਨੇ ਸਾਰਾ ਕੁਝ ਕਰਨਾ ਫਿਰ ਮੈਨੇਜਰ ਦੀ ਇੰਨੀ ਰਿਸਪੋਂਸੀਬਿਲਿਟੀ ਨਹੀਂ ਬਣਦੀ। ਬਟ ਜੇ ਓਨਰ ਨੇ ਸਾਰਾ ਕੁਝ ਹੀ ਕਿਹਦੇ ਉੱਤੇ ਛੱਡਿਆ ਹੋਇਆ ਵਾ, ਮੈਨੇਜਰ ਉੱਤੇ ਛੱਡਿਆ ਹੋਇਆ, ਅਤੇ ਫਿਰ ਮੈਨੇਜਰ ਦਾ ਰੋਲ ਬਹੁਤ ਜ਼ਿਆਦਾ ਕੀ ਹੋ ਜਾਂਦਾ, ਵੱਧ ਜਾਂਦਾ। ਠੀਕ ਆ। ਮੈਨੇਜਰ ਦਾ ਰੋਲ ਕੀ ਹੋ ਜਾਂਦਾ, ਵੱਧ ਜਾਂਦਾ ਕਿਉਂਕਿ ਉਹਨੂੰ ਹਰ ਇੱਕ ਚੀਜ਼ ਦੀ ਟੈਨਸ਼ਨ ਹੁੰਦੀ। ਠੀਕ ਹੈ ਜੀ। ਹੁਣ ਦੇਖੋ ਜੋਬ ਫੋਲੋਇੰਗ ਜੋਬਸ ਆਰ ਫੰਕਸ਼ਨਸ ਆਰ ਕਾਮਨਲੀ ਪਰਫੋਰਮ ਬਾਏ ਆਫਿਸ ਮੈਨੇਜਰ। ਕਿਹੜੀਆਂ ਤੁਸੀਂ ਜੋ ਕੁਐਸਚਨ ਆ ਗਿਆ ਤੁਸੀਂ ਕੁਐਸਚਨ ਨੂੰ ਸ਼ੁਰੂ ਇੱਥੋਂ ਕਰਦਾ ਹੈ। ਠੀਕ ਹੈ ਜੀ। ਕਿ ਕਿਹੜੀਆਂ ਜੋਬਸ ਐਂਡ ਫੰਕਸ਼ਨਸ ਪਰਫੋਰਮ ਕਰਦਾ ਇੱਕ ਆਫਿਸ ਮੈਨੇਜਰ। ਪਹਿਲੀ ਤਾਂ ਗੱਲ ਇਹ ਹੈ ਕਿ ਆਫਿਸ ਮੈਨੇਜਰ ਕੀ ਕਰਦਾ, ਪਲਾਨ ਕਰਦਾ ਵਾ ਕੋਈ ਵੀ ਕੰਮ ਕਰਨਾ ਉਹਨੂੰ ਪਲਾਨ ਕਰਦਾ, ਔਰਗਨਾਈਜ਼ ਕਰਦਾ ਵਾ ਅਤੇ ਕੰਟਰੋਲ ਕਰਦਾ। ਠੀਕ ਹੈ। ਹੀ ਐਕਟ ਐਜ਼ ਐਨ ਲਾਈਨ ਐਗਜ਼ੀਕਿਊਟਿਵ ਫॉर ਹਿਜ਼ ਓਨ ਡਿਪਾਰਟਮੈਂਟ ਐਂਡ ਸਟਾਫ ਐਗਜ਼ੀਕਿਊਟਿਵ ਫॉर ਅਦਰ ਡਿਪਾਰਟਮੈਂਟ। ਕਹਿੰਦਾ ਲਾਈਨ ਐਗਜ਼ੀਕਿਊਟਿਵ ਦਾ ਮਤਲਬ ਹੁੰਦਾ ਵਾ ਕਿ ਆਪਣੇ ਡਿਪਾਰਟਮੈਂਟ ਨੂੰ ਕੀ ਕਰਦਾ, ਕੰਟਰੋਲ ਕਰਦਾ। ਜਿਹੜਾ ਉਹਦੇ ਕੋਲ ਡਿਪਾਰਟਮੈਂਟ ਜੇ ਉਹਦੇ ਕੋਲ ਮਾਰਕੀਟਿੰਗ ਦਾ ਡਿਪਾਰਟਮੈਂਟ ਹੈ ਜਾਂ ਪ੍ਰੋਡਕਸ਼ਨ ਦਾ ਡਿਪਾਰਟਮੈਂਟ ਹੈ ਮੈਨੇਜਰ ਕੋਲ, ਉਹਨੂੰ ਕੰਟਰੋਲ ਕਰਤਾ ਵਾ। ਐਂਡ ਕਹਿੰਦਾ ਵਾ ਸਟਾਫ ਐਗਜ਼ੀਕਿਊਟਿਵ ਦਾ ਮਤਲਬ ਇਹ ਹੈ ਕਿ ਦੂਜੇ ਸਟਾਫ ਮੈਂਬਰਸ ਲਈ ਦੂਜੇ ਡਿਪਾਰਟਮੈਂਟਸ ਲਈ ਉਹ ਕੀ ਬਣਦਾ ਵਾ, ਐਡਵਾਈਜ਼ਰ ਬਣਦਾ ਵਾ ਕਿ ਅਸੀਂ ਆਹ ਕੰਮ ਕੀਤਾ, ਅਸੀਂ ਇੰਨੇ ਦੀ ਪ੍ਰੋਡਕਸ਼ਨ ਕਰਨ ਦੇ। ਮਾਰਕੀਟਿੰਗ ਨੂੰ ਕਹਿੰਦਾ ਵਾ ਕਿ ਅਸੀਂ ਇੰਨੀ ਪ੍ਰੋਡਕਸ਼ਨ ਕੀਤੀ ਆ, ਤੁਸੀਂ ਆਪਣਾ ਦੇਖੋ ਤੁਸੀਂ ਕਿੰਨੇ ਪ੍ਰੋਡਕਟ ਚਾਹੁੰਦੇ ਜੋ ਸੈੱਲ ਕਰਨਾ। ਠੀਕ ਹੈ ਜੀ। ਹੀ ਇਜ਼ ਟੂ ਡਿਵੈਲਪ ਪੀਪਲ ਥਰੂ ਡੈਲੀਗੇਸ਼ਨ ਐਂਡ ਕਲਟੀਵੇਟਿੰਗ ਟੀਮ ਸਪਿਰਿਟ। ਕਹਿੰਦਾ ਕਿ ਇੱਕ ਆਫਿਸ ਮੈਨੇਜਰ ਹੀ ਕੀ ਕਰਦਾ ਵਾ, ਆਪਸ ਦੇ ਵਿੱਚ ਵਰਕਰਸ ਦੀ ਬਣਾ ਕੇ ਰੱਖਦਾ ਵਾ ਤਾਂ ਜੋ ਉਹਨਾਂ ਦੇ ਵਿੱਚ ਲੜਾਈ ਨਾ ਹੋਵੇ ਅਤੇ ਉਹਨਾਂ ਦੇ ਵਿੱਚ ਟੀਮ ਸਪਿਰਿਟ ਬਣੀ ਰਹੇ। ਹੀ ਇਜ਼ ਟੂ ਓਬਜ਼ਰਵ ਰੂਲਸ ਰੈਗੂਲੇਸ਼ਨਸ ਲਾਅ ਬਾਈਲਾਜ਼ ਸੈਕਟਰਸ ਇੰਪੋਜ਼ਡ ਔਰ ਡਿਮਾਂਡਡ ਬਾਈ ਗੌਰਮੈਂਟ। ਕਹਿੰਦਾ ਇਹ ਆਫਿਸ ਮੈਨੇਜਰ ਨੇ ਹੀ ਸਾਰਾ ਵੇਖਣਾ ਹੁੰਦਾ ਵਾ ਕਿ ਕਿਹੜੇ ਲਾਜ਼ ਲੱਗੇ ਆ, ਕਿਹੜੇ ਰੂਲਸ ਲੱਗੇ ਆ ਜਿਹੜੇ ਕਿ ਔਰਗਨਾਈਜੇਸ਼ਨ ਨੂੰ ਲਾਉਣੇ ਹੀ ਪੈਣੇ ਆ ਤਾਂ ਜੋ ਇੱਕ ਔਰਗਨਾਈਜੇਸ਼ਨ ਸਮੂਥਲੀ ਚੱਲ ਸਕੇ। ਠੀਕ ਹੈ ਜੀ। He is interested with the designing and planning a layout so as to ensure smooth flow of work। वही गल होगी डिज़ाइन करना कि ऑफिस का जोड़ा वा इंटीरियर किद्दां दा होना। इंटीरियर का मतलब ये ना कि ऑफिस अंदरों किद्दां दा लगना चाहिए, सोहना लगना चाहिए। ठीक है जी। अंदरों लेआउट का मतलब होंदा वा कि उहदी दिख किद्दां दी होनी चाहिए है। ये भी सारा कुछ किन्ना डिसाइड करना ऑफिस मैनेजर ने। He ensures better physical facilities and other environmental factors। ਕਹਿੰਦਾ ਵਾ ਕਿ ਆਫਿਸ ਮੈਨੇਜਰ ਨੇ ਹੀ ਡਿਸਾਈਡ ਕਰਨਾ ਹੁੰਦਾ ਵਾ ਕਿ ਕਿੱਦਾਂ ਦੀਆਂ ਇਨਵਾਇਰਮੈਂਟਲ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ ਵਰਕਰਸ ਨੂੰ ਤਾਂ ਜੋ ਵਰਕਰਸ ਬੈਟਰ ਕੰਮ ਪਰਫੋਰਮ ਕਰ ਸਕਣ। ਹੀ ਇਜ਼ ਇਨ ਚਾਰਜ ਫॉर ਸੇਫਗਾਰਡਿੰਗ ਐਂਡ ਮੇਨਟੇਨੈਂਸ ਆਫ ਬਿਲਡਿੰਗ ਐਂਡ ਅਦਰ ਐਸੈਟਸ ਆਫ ਆਫਿਸ। ਐਂਡ ਇੱਕ ਗੱਲ ਹੋਰ ਆ ਕਿ ਇਹੀ ਹੀ ਕੀ ਕਰਦਾ ਵਾ, ਸੇਫਗਾਰਡ ਕਰਦਾ। ਸੇਫਗਾਰਡ ਦਾ ਮਤਲਬ ਹੁੰਦਾ ਕਿ ਇਹਦੀ ਸਾਰੀ ਰਿਸਪੋਂਸੀਬਿਲਿਟੀ ਹੁੰਦੀ ਆਫਿਸ ਮੈਨੇਜਰ ਦੀ ਹੀ ਕਿ ਉਹਨੇ ਸਾਰੀ ਬਿਲਡਿੰਗ ਵੇਖਣੀ ਕਿ ਬਿਲਡਿੰਗ ਕਿਤੋਂ ਖਰਾਬ ਤਾਂ ਨਹੀਂ ਕਿਸੇ ਨੇ ਤੋੜ ਤਾਂ ਨਹੀਂ ਦਿੱਤੀ ਜਾਂ ਕੁਝ ਹੋਇਆ ਤਾਂ ਨਹੀਂ। ਬਿਲਡਿੰਗ ਨੂੰ ਸਾਰੀ ਮੇਨਟੇਨੈਂਸ ਕਿੰਨੇ ਰੱਖਣੀ ਹੁੰਦੀ ਆ, ਉਹ ਕਿੰਨੇ ਰੱਖਣੀ ਹੁੰਦੀ ਆਫਿਸ ਮੈਨੇਜਰ ਨੇ। ਹੀ ਇਜ਼ ਟੂ ਸੁਪਰਵਾਈਜ਼ ਸਿਲੈਕਸ਼ਨ ਪਰਚੇਜ਼ ਮੇਨਟੇਨੈਂਸ ਐਂਡ ਰਿਪਲੇਸਮੈਂਟ ਆਫ ਫਰਨੀਚਰ ਇਕਵਿਪਮੈਂਟ ਐਕਸੈਕਟਰਾ। ਅਤੇ ਉਹੀ ਗੱਲ ਹੋ ਗਈ ਕਿ ਜੇ ਆਫਿਸ ਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਆ, ਫੋਰ ਐਗਜ਼ਾਮਪਲ ਫਰਨੀਚਰ ਦੀ ਆ ਜਾਂ ਕਿਸੇ ਮਸ਼ੀਨਰੀ ਦੀ ਜ਼ਰੂਰਤ, ਉਹ ਵੀ ਕਿੰਨੇ ਲੈ ਕੇ ਆਉਣੀ ਆ,
ऑफिस मैनेजर ने, ठीक है जी। ही इज़ इंटरस्टेड द जॉब ऑफ प्रैपरेशन ऑफ ऑर्गेनाइजेशन चार्ट एंड मैनुअल बनाना कि आ काम किदन करना, ठीक है, किन्ने करना, किहड़े वर्कर्स ने करना। ही इज़ टू डिज़ाइन एंड इंप्रूव सिस्टम प्रोसीजर्स एंड मैथड्स। एंड एक ਉਹੀ मैनेजर एक वधिया मैनेजर ਹੁੰਦਾ ਜਿਹੜਾ ਕਿ ਆਪਣੀ ऑर्गेनाइजेशनस ਦੇ ਵਿੱਚ ਹਮੇਸ਼ਾ ਇੰਪਰੂਵਮੈਂਟ ਲੈ ਕੇ ਆਉਂਦਾ, ਠੀਕ ਹੈ। ਇੰਪਰੂਵਮੈਂਟ ਲੈ ਕੇ ਆਉਣੀ ਕਿ ਆਹ ਸਿਸਟਮ ਨਹੀਂ ਵਧੀਆ, ਇਹਦੇ ਨਾਲ ਸਾਨੂੰ ਪ੍ਰੋਫਿਟ ਨਹੀਂ ਹੁੰਦੇ, ਆਪਾਂ ਆਹ ਕੰਮ ਕਰ ਲਈਏ ਡਿਫਰੈਂਟ ਵੇ ਦੇ ਨਾਲ, ਠੀਕ ਹੈ ਜੀ। He is to organize and supervise office correspondence, filing, indexing, mailing, copying and duplicating। ਕਹਿੰਦਾ ਇੱਕ ਮੈਨੇਜਰ ਨੇ ਇਹ ਸਾਰਾ ਧਿਆਨ ਰੱਖਣਾ ਹੁੰਦਾ, ਜਿਹੜੀਆਂ ਫਾਈਲਾਂ ਬਣਾਈਆਂ ਵਾ ਫਾਈਲਾਂ ਨੂੰ ਸਾਂਭ ਕੇ ਰੱਖਣਾ, ਉਹਨਾਂ ਦੇ ਉੱਤੇ ਇੰਡੈਕਸਿੰਗ ਦਾ ਮਤਲਬ ਨੰਬਰ ਲਾਉਣੇ, ਠੀਕ ਆ। ਉਹਨੂੰ ਮੇਲ ਕਰਨਾ, ਜਿਹਨੂੰ ਮੇਲ ਕਰਨੀ ਮੇਲ ਕਰ ਦਿਓ, ਜਾਂ ਤੁਸੀਂ ਕਾਪੀ ਕਰਕੇ ਰੱਖਣੀ ਉਹਦੀ ਕਾਪੀ ਕਰਕੇ ਰੱਖ ਲਓ, ਜਾਂ ਡੁਪਲੀਕੇਟਿੰਗ ਦਾ ਮਤਲਬ ਇਹ ਉਹਦੀ ਇੱਕ ਹੋਰ ਕਾਪੀ ਰੱਖਣੀ ਉਹ ਰੱਖ ਸਕਦੇ ਹੋ, ਠੀਕ ਹੈ। ਹੀ ਇਜ਼ ਟੂ ਆਰਗੇਨਾਈਜ਼ ਐਂਡ ਸੁਪਰਵਾਈਜ਼ ਆਫਿਸ ਕੋਰਸਪੋਂਡਿੰਗਸ, ਇਹ ਤਾਂ ਹੋ ਗਿਆ ਬੱਚੇ। ਹੀ ਹੈਲਪਸ ਇਨ ਸਿਲੈਕਸ਼ਨ, ਟ੍ਰੇਨਿੰਗ, ਰਿਮਿਨਰੇਸ਼ਨ, ਪ੍ਰਮੋਸ਼ਨ ਐਂਡ ਮੇਨਟੇਨੈਂਸ ਆਫ ਪਰਸਨਲ ਦਾ ਮਤਲਬ ਤੁਹਾਨੂੰ ਪਤਾ ਨਾ ਇਹਦੇ ਵਿੱਚ ਕੀ ਹੈ। ਇਹਦੇ ਵਿੱਚ ਪਰਸਨਲ ਦਾ ਮਤਲਬ ਇਹ ਹੈ ਕਿ ਜਿਹੜੇ ਵਰਕਰਸ ਆਪਾਂ ਰਾਤੇ ਕਹਿੰਦੇ ਕਿ ਇੰਨੇ ਹੀ ਸਿਲੈਕਟ ਕਰਨੇ ਹੁੰਦੇ ਆ, ਆਫਿਸ ਮੈਨੇਜਰ ਨੇ ਉਹਨਾਂ ਨੂੰ ਟ੍ਰੇਨ ਕਰਨਾ ਹੁੰਦਾ ਵਰਕਰਸ ਨੂੰ, ਉਹਨਾਂ ਨੂੰ ਪੇ ਕਿੰਨੀ ਦੇਣੀ, ਉਹਨਾਂ ਦੀ ਪ੍ਰਮੋਸ਼ਨ ਕਦੋਂ ਕਰਨੀ ਆ, ਉਹਨਾਂ ਨੂੰ ਕਦੋਂ ਵੇਜਿਸ ਵੱਧ ਦੇਣੇ ਘੱਟ ਦੇਣੇ, ਕਿਹਦੇ ਉੱਤੇ ਡਿਪੈਂਡ ਆ office managers ਤੇ। he sets up standards of work and output and measuring office performance for control purposes। and ਇੰਨੇ ਹੀ ਬਾਅਦ ਚੋਂ ਐਟ ਦਾ ਐਂਡ ਵੇਖਣਾ ਹੁੰਦਾ ਵਾ ਕਿ ਜਿਹੜਾ ਕੰਮ ਜਿੱਦਾਂ ਦਿੱਤਾ ਸੀ ਕਿ ਜੇ ਅੱਜ ਮੈਂ ਵਰਕਰਸ ਨੂੰ ਕਹਿ ਕੇ 100 ਯੂਨਿਟਸ ਬਣਾਉਣੇ ਆ ਤਾਂ ਵਰਕਰਸ ਨੇ 100 ਯੂਨਿਟਸ ਬਣਾਏ ਆ ਕਿ ਨਹੀਂ ਬਣਾਏ, ਇਹ ਕਿੰਨੇ ਵੇਖਣਾ ਵਾ, ਇਹ ਵੀ ਕਿੰਨੇ ਵੇਖਣਾ ਵਾ। ਕੰਟਰੋਲਿੰਗ ਦੇ ਵਿੱਚ ਇਹੀ ਹੁੰਦਾ ਨਾ, ਕੰਟਰੋਲ ਕਰਕੇ ਵੇਖਣਾ ਕਿ ਜਿੰਨਾ ਕੰਮ ਕਹੇ ਉਹਨਾਂ ਕੀਤਾ ਕਿ ਨਹੀਂ ਕੀਤਾ, ਉਹ ਵੀ ਕੰਮ ਕਿੰਨੇ ਵੇਖਣਾ ਆਫਿਸ ਮੈਨੇਜਰ ਨੇ, ਠੀਕ ਹੈ ਜੀ। ਹਿਸ ਜੋਬ ਇਨਕਲੂਡਸ ਪ੍ਰੈਪਰੇਸ਼ਨ ਆਫ ਮਾਸਟਰ ਬਜਟ ਦਾ ਮਤਲਬ ਹੁੰਦਾ ਵਾ ਕਿ ਇੱਕ ਮਾਸਟਰ ਬਜਟ ਦਾ ਸਾਈਡ ਬਜਟ ਬਣਾ ਕੇ ਰੱਖਣਾ। ਸਾਈਡ ਬਜਟ ਮਾਸਟਰ ਬਜਟ ਦਾ ਹੁੰਦਾ ਵਾ ਕਿ ਜੇ ਤੁਹਾਡਾ ਇਹ ਪਲਾਨ ਕੰਮ ਨਾ ਕੀਤਾ ਤਾਂ ਜਿਹੜਾ ਮਾਸਟਰ ਬਜਟ ਮਤਲਬ ਜਿਹੜਾ ਦੂਜਾ ਪਲਾਨ ਬਣਾਇਆ ਵਾ ਉਹ ਕੰਮ ਕਰ ਜੇ, ਮਤਲਬ ਇੱਕ ਸਾਈਡ ਟੂ ਸਾਈਡ ਪਲਾਨ ਬਣਾ ਕੇ ਰੱਖਣਾ। ਸਮਟਾਈਮਸ ਇਨ ਅ ਸਮਾਲ ਕੰਪਨੀ ਦਾ ਆਫਿਸ ਮੈਨੇਜਰ ਇਜ਼ ਆਲਸੋ ਦਾ ਸੈਕਟਰੀ ਆਫ ਦਾ ਕੰਪਨੀ। ਕਹਿੰਦਾ ਕਿ ਜਿਹੜਾ ਮੈਨੇਜਰ ਉਹ ਸੈਕਟਰੀ ਵੀ ਹੁੰਦਾ ਵਾ ਕਿਸੇ ਟਾਈਮ, ਕਿਉਂਕਿ ਉਹ ਦੋਵੇਂ ਕੰਮ ਪਰਫੋਰਮ ਕਰਦਾ, ਠੀਕ ਹੈ ਬੱਚੇ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜੇ ਤੁਹਾਨੂੰ ਕੁਐਸਚਨ ਆ ਗਿਆ ਵਟ ਆਰ ਦ ਜੋਬਸ ਐਂਡ ਫੰਕਸ਼ਨਸ ਅਤੇ ਜਾਂ ਰਿਸਪੋਂਸੀਬਿਲਿਟੀ, ਕੀ ਉਹਦੀ ਜੋਬ ਕੀ ਆ ਜਾਂ ਫੰਕਸ਼ਨਸ ਕੀ ਆ ਜਾਂ ਰਿਸਪੋਂਸੀਬਿਲਿਟੀ, ਆਨਸਰ ਤੁਸੀਂ ਇਹੀ ਲਿਖੋ, ਠੀਕ ਹੈ ਜੀ। ਗੱਲ ਸਮਝ ਆ ਰਹੀ ਹੈ। ਅੱਗੇ ਅਕੋਰਡਿੰਗ ਟੂ ਲਿੰਕਫਿਲ ਐਂਡ ਰੋਬਿਨਸਨ ਐਨ ਆਫਿਸ ਮੈਨੇਜਰ ਰਿਸਪੋਂਸੀਬਲ ਫॉर ਫੋਲੋਇੰਗ ਫੰਕਸ਼ਨਸ ਔਰ ਜੋਬਸ। ਕਹਿੰਦੇ ਆ ਕਿ ਇੱਕ ਜਿਹਦਾ ਆਥਰ ਹੋ ਗਿਆ ਲਿੰਕਫਿਲ ਆ ਅਤੇ ਰੋਬਿਨਸਨ ਆ, ਉਹਨਾਂ ਨੇ ਕਿਹਾ ਵਾ ਕਿ ਇੱਕ ਫੰਕਸ਼ਨਸ ਆ ਹੋਣੇ ਚਾਹੀਦੇ ਆ, ਠੀਕ ਆ। ਬਟ ਤੁਸੀਂ ਮਿਕਸ ਕਰਕੇ ਦੇਖ ਸਕਦੇ ਹੋ, ਜੋ ਆਹ 14 ਫੰਕਸ਼ਨ ਆ ਨਾ 15 ਦੇ ਵਿੱਚ ਤੁਸੀਂ ਆ ਵੀ ਫੰਕਸ਼ਨਸ ਲਿਖ ਸਕਦੇ ਹੋ, ਜੋ ਅਲੱਗ ਅਲੱਗ ਕਰਨ ਦੀ ਕੋਈ ਲੋੜ ਨਹੀਂ ਹੈਗੀ। ਗੱਲ ਸਮਝ ਆ ਗਈ ਆ, ਅਲੱਗ ਅਲੱਗ ਕਰਨ ਦੀ ਕੋਈ ਲੋੜ ਨਹੀਂ ਹੈਗੀ, ਤੁਸੀਂ ਸਾਰੇ ਇਕੱਠੇ ਲਿਖ ਸਕਦੇ ਹੋ। ਜੋ ਵਨ ਐਂਡ ਸੇਮ ਥਿੰਗ ਆ ਉਹ ਵੱਖ ਆਥਰ ਨੇ ਦਿੱਤੇ, ਉਹ ਵੱਖ ਆਥਰ ਨੇ ਦਿੱਤੇ ਆ। ਇਹ ਆਪਾਂ ਕੱਲ੍ਹ ਕਰਾਂਗੇ। ਦੈਟਸ ਆਲ ਫॉर ਟੂਡੇ ਬੱਚੇ।